ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਦਾਸ ਕਮੈਂਟ ਬਾਕਸ ਵਿੱਚ ਕਮੈਂਟ ਪੜ੍ਹ ਰਿਹਾ ਸੀ। ਸੋ ਇੱਕ ਵੀਰ ਜੀਆਂ ਨੇ ਪੁੱਛਿਆ ਹੈ ਕਿ ਸਹਿ ਭੰਗ ਔਰ ਸਵੈ ਭੰਗ, ਇਹ ਦੋ ਸ਼ਬਦ ਆ ਰਹੇ ਹਨ ਕਿ ਕੀ ਇਹਨਾਂ ਦਾ ਅਰਥ ਇੱਕ ਹੈ ਜਾਂ ਅਲੱਗ-ਅਲੱਗ। ਤੋ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਥੋੜੀ ਕਨਫਿਊਜ਼ਨ ਹੋ ਰਹੀ ਹੈ ਕਿ ਕਨਫਿਊਜ਼ਨ ਜੋ ਹੈ ਉਹ ਦੂਰ ਕੀਤੀ ਜਾਵੇ। ਅਸਲ ਵਿੱਚ ਸ਼ਬਦ ਹੈ ਸਹਿ ਭੰਗ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹੈ ਔਰ ਅਸੀਂ ਇਹੀ ਸ਼ਬਦ ਸੁਣਦੇ ਆਏ ਹਾਂ। ਪਰ ਪਹਿਲੀ ਵਾਰ ਦਾਸ ਨੇ ਵੀ ਬਾਬਾ ਜੀਆਂ ਕੋਲੋਂ ਹੀ ਸ਼ਰਵਣ ਕੀਤਾ, ਬਾਬਾ ਧਰਮ ਸਿੰਘ ਜੀ ਕਥਾ ਵਿੱਚ, ਕਿ ਸਵੈ ਭੰਗ ਇਸ ਤਰ੍ਹਾਂ ਦੇ ਨਾਲ ਇਹਨਾਂ ਗੁਰੂ ਪਿਆਰਿਆਂ ਦੇ ਮਨ ਦੇ ਵਿੱਚ ਥੋੜੀ ਦੁਵਿਧਾ ਜੋ ਹੈ ਉਹ ਆ ਗਈ ਹੈ। ਕੋਈ ਗੱਲ ਨਹੀਂ ਗੁਰੂ ਪਿਆਰਿਓ, ਆਪ ਜੀਆਂ ਨੇ ਬੜੀ ਅੱਛੀ ਭਾਵਨਾ ਦੇ ਨਾਲ ਇਹ ਪ੍ਰਸ਼ਨ ਜੋ ਹੈ ਉਹ ਪੁੱਛਿਆ ਹੈ। ਸੋ ਇਸ 'ਤੇ ਜ਼ਰੂਰ ਵਿਚਾਰ ਕੀਤੀ ਜਾਵੇਗੀ। ਦਾਸ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸ਼ਬਦ ਜੋ ਹੈ ਇਹ ਕਿੱਥੋਂ ਆਇਆ ਹੈ, ਸਵੈ ਭੰਗ। ਅਸਲ ਵਿੱਚ ਭੰਗ ਨਹੀਂ ਹੈ, ਭੰਗ ਇਹਦਾ ਜਿਹੜਾ ਗੱਗਾ ਹੈ ਉਹਦਾ ਉਚਾਰਨ ਜਿਹੜਾ ਉਹ ਤਾਲੂ ਦੀ ਤਰਫ ਲੈ ਜਾਣਾ ਹੈ, ਉੱਪਰ ਦੀ ਤਰਫ ਸਾਹ ਨੂੰ, ਤਦ ਉਚਾਰਨ ਇਹਦਾ ਸਹੀ ਹੋਏਗਾ। ਸੈ ਭੰਗ, ਗੱਗਾ ਨਹੀਂ ਉਚਾਰਨ ਕਰਨਾ। ਸੋ ਇਹ ਸ਼ਬਦ ਜੋ ਹੈ ਇਹ ਸੰਸਕ੍ਰਿਤ ਦੇ ਸ਼ਬਦ ਸਵੈ ਭੂ, ਇਸ ਤੋਂ ਆਇਆ ਹੈ। ਜੋ ਸਹਿ ਭੰਗ ਹੈ ਇਹ ਸਵੈ ਭੂ ਇਸ ਸ਼ਬਦ ਤੋਂ ਆਇਆ, ਜਿਸ ਦਾ ਅਰਥ ਹੈ ਕਿ ਆਪਣੇ ਆਪ ਤੋਂ ਆਪ ਪ੍ਰਕਾਸ਼ਮਈ ਹੋਣਾ। ਸੋ ਅਸੀਂ ਸਹਿ ਭੰਗ ਦੇ ਅਰਥ ਇਹੀ ਕਰਦੇ ਹਾਂ ਕਿ ਉਹ ਆਪਣੇ ਆਪ ਤੋਂ ਆਪ ਪ੍ਰਕਾਸ਼ਮਈ ਹੋਇਆ, ਉਸ ਨੂੰ ਕਿਸੇ ਵੀ ਸ਼ਕਤੀ ਨੇ ਉਹਦੀ ਸਿਰਜਣਾ ਨਹੀਂ ਕੀਤੀ ਹੈ। ਔਰ ਸਵੈ ਭੰਗ ਇਸ ਸ਼ਬਦ ਦਾ ਅਗਰ ਅਸੀਂ ਮੀਨਿੰਗ ਦੇਖਦੇ ਹਾਂ ਤਾਂ ਇਸ ਦੇ ਅਰਥ ਬਣਦੇ ਹਨ ਕਿ ਉਸ ਅਸੀਮ ਸ਼ਕਤੀ ਨੇ ਅਗਰ ਭੰਗ ਵੀ ਕੀਤਾ ਹੈ ਤਾਂ ਆਪਣੇ ਆਪ ਨੂੰ ਆਪ ਹੀ ਭੰਗ ਕੀਤਾ ਹੈ। ਕੋਈ ਹੋਰ ਵੱਡੀ ਸ਼ਕਤੀ ਉਸ ਨਾਲੋਂ ਨਹੀਂ ਹੈ ਕਿ ਜੋ ਉਹਨੂੰ ਭੰਗ ਕਰ ਸਕੇ। ਸੋ ਇਹਨਾਂ ਦੋਨਾਂ ਅਰਥਾਂ ਦੀ ਅਗਰ ਅਸੀਂ ਵਿਚਾਰ ਕਰੀਏ ਤਾਂ ਇੱਕ ਚੀਜ਼ ਸਾਹਮਣੇ ਬੜੀ ਸਪਸ਼ਟ ਤੌਰ 'ਤੇ ਆ ਰਹੀ ਹੈ ਕਿ ਚਾਹੇ ਉਹ ਪ੍ਰਕਾਸ਼ਮਈ ਹੋਇਆ ਹੈ, ਹੋਂਦ ਵਿੱਚ ਆਇਆ ਹੈ, ਜਾਂ ਉਹਨੇ ਆਪਣੇ ਆਪ ਨੂੰ ਭੰਗ ਕੀਤਾ ਹੈ, ਭਾਵ ਇੱਕ ਤੋਂ ਅਨੇਕ ਹੋਇਆ ਹੈ। ਇਹ ਦੋਨੋਂ ਕਿਰਿਆਵਾਂ ਉਹਨੇ ਆਪ ਹੀ ਕੀਤੀਆਂ ਹਨ। ਕੋਈ ਦੂਸਰੀ ਸ਼ਕਤੀ ਨਹੀਂ ਹੈ ਕਿ ਜਿਹਨੇ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਕੀਤੀ ਹੋਵੇ ਜਾਂ ਕੋਈ ਰੋਲ ਪਲੇ ਕੀਤਾ ਹੋਵੇ, ਨਹੀਂ। ਇਹ ਦੋਨੋਂ ਕਿਰਿਆਵਾਂ ਉਹਨੇ ਆਪ ਹੀ ਕੀਤੀਆਂ ਹਨ। ਸੋ ਬੜਾ ਸਪਸ਼ਟ ਹੈ ਕਿ ਚਾਹੇ ਸਹਿ ਭੰਗ ਹੈ ਚਾਹੇ ਸਵੈ ਭੰਗ ਹੈ, ਇਹ ਦੋਨੋਂ ਹੀ ਕਿਰਿਆਵਾਂ ਉਹਦੀ ਅਸੀਮ ਸ਼ਕਤੀ ਨੂੰ ਪ੍ਰਗਟ ਕਰਦੀਆਂ ਹਨ, ਕਿਉਂਕਿ ਦੋਨਾਂ ਹੀ ਕਿਰਿਆਵਾਂ ਦੇ ਵਿੱਚ ਉਹ ਆਪ ਮੌਜੂਦ ਹੈ। ਮੂਲ ਮੰਤਰ ਦੀ ਸ਼ੁਰੂਆਤ ਹੁੰਦੀ ਹੈ ਇੱਕ ਓੰਕਾਰ, ਓੰਗ ਪਲਸ ਆਕਾਰ। ਓੰਗ ਜੋ ਹੈ ਉਹ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਵਾਲੀ ਅਵਸਥਾ, ਜੋ ਆਦ ਸੱਚ ਵਾਲੀ ਅਵਸਥਾ ਜੋ ਹੈ ਉਹ ਓੰਗ ਹੈ। ਔਰ ਹੁਣ ਜੋਤ ਜੋ ਹੈ ਉਹ ਕ੍ਰੈਕ ਹੋ ਕੇ ਉਹ ਦੁਫਾੜ ਹੋ ਗਈ, ਆਕਾਰ। ਪਰ ਦੋਹਾਂ ਦੇ ਵਿੱਚ ਉਹ ਮੌਜੂਦ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ। ਨਿਰਗੁਣ ਓੰਗ ਔਰ ਸਰਗੁਣ ਆਕਾਰ, ਓੰਕਾਰ, ਦੋਨਾਂ ਦੇ ਵਿੱਚ ਉਹ ਜੋਤ ਵਿਰਾਜਮਾਨ ਹੈ। ਆਸਾ ਜੀ ਦੀ ਵਾਰ ਦੇ ਵਿੱਚ ਜੋ ਪਹਿਲੀ ਪੌੜੀ ਹੈ, ਸ਼ੁਰੂਆਤੀ ਪੌੜੀ ਦੇ ਵਿੱਚ ਹੀ ਆ ਜਾਂਦਾ ਹੈ ਸ਼ਬਦ, ਪੌੜੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੇਖੋ ਬੜਾ ਸਪਸ਼ਟ ਹੈ ਕਿ ਸਹਿ ਭੰਗ, ਆਪੀ ਨੇ ਆਪ ਸਾਜਿਓ, ਆਪਣੇ ਆਪ ਤੋਂ ਆਪ ਪ੍ਰਕਾਸ਼ਮਈ ਹੋਇਆ। ਆਪੀ ਨੇ ਰਚਿਓ ਨਾਉ, ਇੱਥੇ ਨੂੰ ਰਚਨਾ ਹੋ ਗਈ ਹੈ, ਹੁਕਮ ਦੀ ਰਚਨਾ ਹੋ ਗਈ ਹੈ, ਇੱਕ ਤੋਂ ਅਨੇਕ ਹੋ ਗਿਆ। ਸਵੈ ਭੰਗ, ਆਪਣੇ ਆਪ ਨੂੰ ਆਪ ਹੀ ਕੀਤਾ ਭੰਗ।
ਕਿਸੇ ਦੂਸਰੀ ਸ਼ਕਤੀ ਦਾ ਇੰਟਰਫੇਅਰ ਇੱਥੇ ਨਹੀਂ ਹੈ। ਇੱਕ ਵਾਰ ਫਿਰ ਸਰਵਣ ਕਰੋ। ਆਪੀ ਨੇ ਆਪ ਸਾਜਿਓ ਓੰਗ, ਆਪੀ ਨੇ ਰਚਿਓ ਨਾਉ, ਕੀ ਕੀਤਾ ਦੋਈ ਕੁਦਰਤ ਸਾਜੀਏ ਕਰਾਸਣ ਡਿੱਠੋ ਚਾਓ। ਕਿ ਕੁਦਰਤ ਸਾਜ ਦਿੱਤੀ ਹੈ, ਆਕਾਰ ਸਾਜ ਦਿੱਤਾ, ਪਰ ਆਸਣ ਲਗਾ ਕੇ ਉਹਦੇ ਵਿੱਚ ਬੈਠ ਵੀ ਗਿਆ ਹੈ। ਸੋ ਨਿਰਗੁਣ ਔਰ ਸਰਗੁਣ ਦੋਨਾਂ ਦੇ ਵਿੱਚ ਜੋ ਹੈ ਉਹ ਆਪ ਮੌਜੂਦ ਹੈ। ਸੋ ਗੁਰੂ ਪਿਆਰਿਓ, ਚਾਹੇ ਸਹਿਭੰਗ ਹੈ ਚਾਹੇ ਸਵੈ ਭੰਗ, ਦੋਨਾਂ ਅਵਸਥਾਵਾਂ ਦੇ ਵਿੱਚ ਇਹ ਦੋਨੋਂ ਸ਼ਬਦ ਉਸ ਪਰਮਾਤਮਾ ਦੀ ਅਸੀਮ ਸ਼ਕਤੀ ਨੂੰ ਪ੍ਰਗਟ ਕਰਦੇ ਹਨ। ਕਿਤੇ ਵੀ ਕੋਈ ਘਾਟਵਾਦ ਨਹੀਂ ਹੈ, ਥੋੜ੍ਹਾ ਜਿਹਾ ਵੀ ਫਰਕ ਨਹੀਂ ਹੈ, ਕਿਉਂਕਿ ਸ਼ਬਦ ਆਉਂਦਾ ਹੈ ਅਖੰਡ ਅਤੁਲ ਪ੍ਰਕਾਸ਼। ਅਖੰਡ, ਉਹਨੂੰ ਖੰਡਨ ਨਹੀਂ ਕੀਤਾ ਜਾ ਸਕਦਾ, ਭਾਵ ਉਹਦੇ ਟੁਕੜੇ ਨਹੀਂ ਕੀਤੇ ਜਾ ਸਕਦੇ। ਅਗਰ ਕੋਈ ਕਰ ਸਕਦਾ ਹੈ ਤਾਂ ਉਹ ਆਪ ਸਵੈ ਭੰਗ। ਤਾਂ ਇੱਕ ਹੋਰ ਸ਼ਬਦ ਆਉਂਦਾ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਆਪੇ ਆਪ ਨਿਰੰਜਨ ਸੋਏ। ਪਰ ਐਸੇ ਭਗਵਾਨ ਵੀ ਹਨ ਕਿ ਜਿਨ੍ਹਾਂ ਨੂੰ ਇਨਸਾਨ ਖੁਦ ਬਣਾਉਂਦਾ ਹੈ ਔਰ ਖੁਦ ਫਿਰ ਉਹਨਾਂ ਦੀ ਪੂਜਾ ਕਰਦਾ ਹੈ। ਇੱਕ ਪੱਥਰ ਦੀ ਮੂਰਤੀ ਨੂੰ ਪਹਿਲਾਂ ਸਿਰਜਿਆ ਜਾਂਦਾ ਹੈ ਛੈਣੀ ਤੇ ਹਥੌੜੀ ਦੇ ਨਾਲ, ਫਿਰ ਉਹਦੇ ਉੱਤੇ ਕਲਰ ਕੀਤਾ ਜਾਂਦਾ ਹੈ, ਰੰਗ ਕੀਤੇ ਜਾਂਦੇ ਹਨ, ਔਰ ਫਿਰ ਉਸ ਦੇ ਉੱਤੇ ਪੋਸ਼ਾਕ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਨਾਏ ਜਾਂਦੇ ਹਨ, ਔਰ ਉਸ ਤੋਂ ਬਾਅਦ ਫਿਰ ਉਹਨੂੰ ਲਿਜਾ ਕੇ ਇੱਕ ਦੁਕਾਨ ਦੇ ਉੱਤੇ ਰੱਖ ਦਿੱਤਾ ਜਾਂਦਾ ਹੈ। ਪਰ ਗੁਰੂ ਪਿਆਰੋ, ਅਜੇ ਤੱਕ ਵੀ ਉਹ ਪਰਮਾਤਮਾ ਨਹੀਂ ਬਣੀ, ਅਜੇ ਤੱਕ ਵੀ ਉਹ ਮੂਰਤੀ ਹੈ। ਫਿਰ ਕੋਈ ਗ੍ਰਾਹਕ ਆਉਂਦਾ ਹੈ ਔਰ ਉਸ ਮੂਰਤੀ ਦਾ ਮੁੱਲ ਪਾ ਕੇ ਆਪਣੇ ਘਰ ਲੈ ਜਾਂਦਾ ਹੈ, ਔਰ ਘਰ ਜਾ ਕੇ ਫਿਰ ਉਹਨੂੰ ਥਾਪਦਾ ਹੈ ਕਿਸੇ ਕਾਰਨਰ ਦੇ ਉੱਤੇ, ਇੱਕ ਪਲੇਟਫਾਰਮ ਬਣਾ ਕੇ ਉੱਥੇ ਉਸ ਮੂਰਤੀ ਨੂੰ ਥਾਪ ਦਿੰਦਾ ਹੈ। ਫਿਰ ਉਸ ਮੂਰਤੀ ਨੂੰ ਨਮਸਕਾਰ ਕੀਤੀ ਜਾਂਦੀ ਹੈ। ਅਗਰਬੱਤੀ, ਚੰਦਨ, ਨਾਰੀਅਲ ਇਸ ਤਰ੍ਹਾਂ ਚੜ੍ਹਾ ਕੇ, ਇਸ ਤਰ੍ਹਾਂ ਦੇ ਨਾਲ ਇੱਕ ਮਰਿਆਦਾ ਦੇ ਅਨੁਸਾਰ ਉਹਦੀ ਪੂਜਾ ਕੀਤੀ ਜਾਂਦੀ ਹੈ। ਫਿਰ ਸਾਰੇ ਖੜ੍ਹੇ ਹੋ ਕੇ ਉਸ ਮੂਰਤੀ ਦੇ ਕੋਲੋਂ ਦਾਤਾਂ ਮੰਗਦੇ ਹਨ ਕਿ ਬਣਾਇਆ ਵੀ ਉਹਨੂੰ ਔਰ ਫਿਰ ਥਾਪਿਆ ਵੀ। ਪਰ ਮਹਾਰਾਜ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸੋ ਗੁਰੂ ਪਿਆਰਿਓ, ਦਾਸ ਉਮੀਦ ਕਰਦਾ ਹੈ ਕਿ ਜ਼ਰੂਰ ਆਪ ਜੀ ਦੀ ਕਨਫਿਊਜ਼ਨ ਦੂਰ ਹੋਈ ਹੋਏਗੀ, ਕਿਉਂਕਿ ਜਦ ਤੱਕ ਕਨਫਿਊਜ਼ਨ ਹੈ, ਕੋਈ ਭਰਮ ਹੈ ਮਨ ਦੇ ਵਿੱਚ, ਤਦ ਤੱਕ ਫਿਰ ਮਨ ਦਾ ਜਿਹੜਾ ਟਿਕਾਓ ਹੈ ਉਹ ਸਿਮਰਨ ਦੇ ਵਿੱਚ ਬਣ ਨਹੀਂ ਪਾਏਗਾ। ਅਗਰ ਫਿਰ ਵੀ ਕੋਈ ਸ਼ੰਕਾ ਹੈ ਜਾਂ ਕੋਈ ਸਵਾਲ ਮਨ ਦੇ ਵਿੱਚ ਆ ਰਿਹਾ ਹੈ ਤਾਂ ਜ਼ਰੂਰ ਸ਼ੇਅਰ ਕਰਿਓ। ਦਾਸ ਪੂਰੀ ਕੋਸ਼ਿਸ਼ ਕਰੇਗਾ ਵਿਚਾਰ ਕਰਨ ਦੀ। ਅਗਰ ਮੌਕਾ ਮਿਲਿਆ ਤੇ ਆਪਾਂ ਬਾਬਾ ਜੀ ਕੋਲੋਂ ਹੀ ਇਸ ਦਾ ਜਵਾਬ ਲੈ ਲਵਾਂਗੇ। ਇੱਕ ਹੋਰ ਵੀਰ ਜੀ ਹਨ ਜਿਨ੍ਹਾਂ ਨੇ ਇਹ ਪੁੱਛਿਆ ਹੈ ਕਿ ਹਉਮੈ ਅਤੇ ਅਹੰਕਾਰ ਜੋ ਹੈ ਇਹਨਾਂ ਨੂੰ ਅਲੱਗ-ਅਲੱਗ ਕਰਕੇ ਦੇਖਣਾ ਬੜਾ ਕਠਿਨ ਹੈ, ਕਿ ਕੁਛ ਥੋੜ੍ਹਾ ਹੋਰ ਚਾਨਣਾ ਪਾਇਆ ਜਾਏ ਜਾਂ ਇਸ ਉੱਤੇ ਥੋੜ੍ਹੀ ਹੋਰ ਵਿਚਾਰ ਕੀਤੀ ਜਾਵੇ। ਗੁਰੂ ਪਿਆਰੋ, ਦਾਸ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਹ ਜ਼ਿਕਰ ਕੀਤਾ ਹੈ ਕਿ ਬਹੁਤ ਹੀ ਕਠਿਨ ਹੈ ਉਹ, ਉਹਨੂੰ ਸਮਝਣਾ ਜੋ ਦੋਨਾਂ ਦਾ ਫਰਕ ਹੈ। ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਹੋਰ ਸ਼ਬਦ ਹੈ ਜਿਸ ਤੋਂ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਇਹ ਪੰਜ ਦੁੱਖ ਜੋ ਹੈ ਉਹ ਅਲੱਗ ਹਨ ਔਰ ਜੋ ਹਉਮੈ ਹੈ ਉਹ ਅਲੱਗ ਹੈ। ਹਉਮੈ ਦੀ ਆਪਣੀ ਇੱਕ ਅਲੱਗ ਹੋਂਦ ਹੈ। ਗੁਰੂ ਮਹਾਰਾਜ ਦਾ ਸ਼ਬਦ ਹੈ ਕਿ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹਮ ਬੁੱਧ, ਇਹ ਤਨ ਤੇ ਸਗਲ ਦੂਰ ਕੀਨ। ਬੜਾ ਹੀ ਸਪਸ਼ਟ ਹੋ ਗਿਆ ਹੈ ਇਸ ਪੰਕਤੀ ਤੋਂ ਕਿ ਪੰਜ ਦੋਖ ਅਰ ਅਹਮ ਬੁੱਧ, ਔਰ ਲਗਾ ਦਿੱਤਾ ਅਤੇ, ਤਾਂ ਕਿ ਉਹ ਮਿਕਸਅਪ ਨਾ ਹੋਵੇ ਵਿੱਚ ਉਹਦੇ, ਕਿ ਪੰਜ ਦੋਖ ਅਲੱਗ ਹੈ ਔਰ ਹਉਮੈ ਜੋ ਹੈ ਉਹ ਉਹਦੀ ਆਪਣੀ ਐਗਜ਼ਿਸਟੈਂਸ, ਉਹਦੀ ਹੋਂਦ ਜਿਹੜੀ ਹੈਗੀ ਹੈ ਉਹ ਸੈਪਰੇਟ ਹੈ। ਉਹਦੇ ਕਰਕੇ ਹੀ ਇਹ ਪੰਜ ਦੋਖ ਜਿਹੜੇ ਸਾਨੂੰ ਇਹਨਾਂ ਦਾ ਅਨੁਭਵ, ਇਹਨਾਂ ਦਾ ਅਹਿਸਾਸ ਹੁੰਦਾ ਹੈ। ਸੋ ਗੁਰੂ ਪਿਆਰੋ, ਇਹ ਬਹੁਤ ਹੀ ਇਕਾਗਰਤਾ ਦੇ ਨਾਲ ਸਰਵਣ ਕਰਨ ਵਾਲਾ ਸਬਜੈਕਟ ਹੈ, ਤਾਂ ਜਾ ਕੇ ਸਾਨੂੰ ਕੁਛ ਸਮਝ ਪੈ ਸਕਦੀ ਇਹਦੀ, ਔਰ ਬਾਰ-ਬਾਰ ਆਪਾਂ ਇਹਦੀ ਵਿਚਾਰ ਕਰੀਏ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਤਾਂ ਸਤਿਗੁਰੂ ਜੀ ਜ਼ਰੂਰ ਸਾਡੇ 'ਤੇ ਕਿਰਪਾ ਕਰਨਗੇ। ਕਿਉਂਕਿ ਗੁਰੂ ਮਹਾਰਾਜ ਨੇ ਸਪਸ਼ਟ ਕੀਤਾ ਹੈ
कि हौमे ਇਹੋ ਹੁਕਮ ਹੈ ਕਿ ਹੁਕਮ ਦੇ ਵਿੱਚੋਂ ਹਉਮੈ ਪੈਦਾ ਹੋਈ, ਕਿਸੇ ਕਰਮ ਦੇ ਵਿੱਚੋਂ ਨਹੀਂ। ਕਰਮਾਂ ਦੇ ਵਿੱਚੋਂ ਪੈਦਾ ਹੋਣ ਵਾਲੇ ਅਵਗੁਣ ਅਲੱਗ ਹਨ, ਪਰ ਇਹ ਧੁਰ ਤੋਂ ਹਉਮੈ ਜੋ ਹੈ ਉਹ ਪਰਮਾਤਮਾ ਦਾ ਹੁਕਮ ਹੈ ਕਿ ਜੀਵ ਹਉਮੈ ਵਿੱਚ ਜਨਮ ਲਏਗਾ। ਔਰ ਜਾਏਗੀ ਕਿੱਦਾਂ? ਨਾਨਕ ਹੁਕਮ ਹੈ ਜੇ ਬੂਝੈ ਤਾਂ ਹਉਮੈ ਕਹੇ ਨਾ ਕੋਈ, ਕਿ ਜਿਹਨੇ ਉਸ ਹੁਕਮ ਨੂੰ ਬੁੱਝ ਲਿਆ, ਜਿਸ ਹੁਕਮ ਦੇ ਵਿੱਚ ਹਉਮੈ ਪੈਦਾ ਹੋਈ ਹੈ ਤਾਂ ਹਉਮੈ ਖਤਮ ਹੋ ਜਾਏਗੀ। ਖਤਮ ਤੋਂ ਭਾਵ ਇੱਕਦਮ ਖਤਮ ਨਹੀਂ ਹੋਏਗੀ। ਜਿਸ ਤਰ੍ਹਾਂ ਕੋਈ ਵੀ ਡਾਕਟਰ ਹੈ ਉਹ ਸਾਡੇ ਰੋਗ ਨੂੰ ਜੋ ਹੈ ਉਹ ਪਹਿਚਾਣ ਲੈਂਦਾ ਹੈ, ਜਾਣ ਲੈਂਦਾ, ਬੁੱਝ ਲੈਂਦਾ ਰੋਗ ਨੂੰ, ਉਸ ਤੋਂ ਬਾਅਦ ਟ੍ਰੀਟਮੈਂਟ ਚੱਲਦਾ। ਟ੍ਰੀਟਮੈਂਟ ਤਾਂ ਕਾਫੀ ਦੇਰ ਤੱਕ ਚੱਲਦਾ ਹੈ ਰੋਗ ਦੇ ਹਿਸਾਬ ਦੇ ਨਾਲ। ਸੋ ਹਉਮੈ ਦੀਰਘ ਰੋਗ ਹੈ ਅਤੇ ਟ੍ਰੀਟਮੈਂਟ ਵੀ ਇਹਦਾ ਜਿਹੜਾ ਉਹ ਥੋੜ੍ਹਾ ਲੰਬਾ ਹੈ। ਸ਼ਬਦ ਦੇ ਨਾਲ ਆਪਾਂ ਜੁੜੇ ਰਹਿਣਾ ਹੈ। ਜੋ ਸ਼ਬਦ ਨਾਲ ਜੁੜੇ ਰਹਿੰਦੇ ਹਨ ਸਤਿਗੁਰੂ ਜੀ ਉਹਨਾਂ ਉੱਤੇ ਜ਼ਰੂਰ ਕਿਰਪਾ ਕਰਦੇ ਹਨ। ਸੋ ਦਾਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਕਿ ਸਾਨੂੰ ਸਮੂਹ ਸੰਗਤ ਨੂੰ ਆਪਣੇ ਚਰਨਾਂ ਨਾਲ ਇਸੇ ਤਰ੍ਹਾਂ ਜੋੜੇ ਰੱਖਣ, ਜਾਂ ਤਾਂ ਜੋ ਸਾਡਾ ਵੀ ਔਰ ਸਾਰਿਆਂ ਦਾ ਭਲਾ ਹੋ ਸਕੇ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।